Hello everyone, Sat Shri Akal. I am Harman Bhatt and my partner Mr. Jasdeep Dhillon. Very good evening. You probably would have seen us coming live from Freeway Abroad. You probably would have seen our videos from Freeway Abroad. But this is the first time we are actually coming in front of you to talk about IELTS and our School of English Language, that is the Fountainhead School of English Language, which is probably the oldest school of English language in Patiala. And for most of the people from the area and from surrounding areas probably would already be knowing Fountainhead. So the best part is in Fountainhead we are getting references from the second generation. The first generation of people who came to us, studied IELTS, achieved their dreams, went abroad, and they have started giving references to the second generation. The reason why we are talking about IELTS is that probably it is the most neglected part when we or anybody else is talking about when they are discussing about going abroad. IELTS is the first step that anybody has to take if he wants to go abroad. So when it comes to IELTS, many dreams actually shatter here. बहुत सारे लोग होंगे हैं ਜਿਹੜੇ ਸਿਰਫ ਇਸ ਕਰਕੇ ਆਪਣਾ ਬਾਹਰ ਜਾਣ ਦਾ ਸੁਪਨਾ ਛੱਡ ਦਿੰਦੇ ਆ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਉਹ IELTS ਨਹੀਂ ਕਰ ਸਕਦੇ, ਜਾਂ many people actually start looking for alternatives. ਮੈਂ ਵਿਦਆਊਟ IELTS ਬਾਹਰ ਚਲਾ ਜਾ, ਮੈਂ ਇਹੋ ਜਿਹੇ ਕੰਟਰੀ ਚਲਾ ਜਾ ਜਿੱਥੇ IELTS ਦੀ ਲੋੜ ਨਹੀਂ ਹੈ, ਇਹੋ ਜਿਹੇ ਕੰਟਰੀਜ਼ ਦੇ ਵਿੱਚ ਜਿੱਥੇ ਸ਼ਾਇਦ ਜੇ ਮੇਰੇ IELTS ਦੇ ਸਕੋਰ ਆਏ ਹੁੰਦੇ ਮੈਂ ਉੱਥੇ ਨਾ ਜਾਂਦਾ, ਬਟ ਮੈਂ ਉੱਥੇ ਇਸ ਕਰਕੇ ਜਾ ਰਿਹਾ ਕਿਉਂਕਿ ਮੈਂ IELTS ਦੇ ਸਕੋਰ ਨਹੀਂ ਲੈ ਸਕਿਆ, ਜਾਂ ਮੈਨੂੰ ਲੱਗਦਾ ਕਿ ਮੈਂ IELTS ਦੇ ਸਕੋਰ ਨਹੀਂ ਲੈ ਸਕਦਾ, ਜਾਂ ਇੱਕ ਜਿਹੜਾ ਸਭ ਤੋਂ ਐਕਚੁਅਲੀ ਖਤਰਨਾਕ ਕੈਟੇਗਰੀ ਆਉਂਦੀ ਹੈ ਇਹ ਉਹ ਹੁੰਦੇ ਜਿਨ੍ਹਾਂ ਜਿਹੜੇ ਇਸ ਕਰਕੇ IELTS ਨਹੀਂ ਕਰਦੇ ਕਿਉਂਕਿ ਉਹਨਾਂ ਦੇ ਦੋਸਤਾਂ ਨੂੰ ਜਾਂ ਉਹਨਾਂ ਦੇ ਇਨਫੈਕਟ ਪੇਰੈਂਟਸ ਨੂੰ ਵੀ ਲੱਗਦਾ ਕਿ ਉਹ IELTS ਨਹੀਂ ਕਰ ਸਕਦੇ। ਜਿਹੜੀ ਆਪਣੇ ਕਰਕੇ ਤਾਂ ਪ੍ਰੋਬਲਮ ਹੁੰਦੀ ਹੈ, ਲੋਕਾਂ ਕਰਕੇ ਵੀ ਬੜੀ ਪ੍ਰੋਬਲਮ ਆ ਜਾਂਦੀ ਹੈ ਜਦੋਂ ਬੱਚੇ ਸੋਚਦੇ ਆ ਕਿ ਹਾਂਜੀ ਉਹ ਬੱਚਾ ਨਹੀਂ ਕਰ ਸਕਿਆ ਤਾਂ ਮੈਂ ਵੀ ਨਹੀਂ ਕਰ ਸਕੂੰਗਾ। ਦੇਖੋ IELTS ਬਾਰੇ ਗੱਲ ਕਰੀਏ ਤਾਂ ਇੱਕ ਇੰਗਲਿਸ਼ ਲੈਂਗੁਏਜ ਟੈਸਟ ਹੈ, 4 ਮੋਡਿਊਲਸ ਦੇ ਵਿੱਚ ਉਹਨਾਂ ਨੇ ਟੈਸਟ ਕਰਨਾ ਤੁਹਾਨੂੰ, ਰੀਡਿੰਗ, ਰਾਈਟਿੰਗ, ਲਿਸਨਿੰਗ, ਸਪੀਕਿੰਗ। ਬਟ ਇਹ ਇੱਕ ਇੰਨਾ ਕੁ ਵੱਡਾ ਹਊਆ ਹੈ ਕਿ ਆਪਾਂ ਬੱਚੇ ਪੂਰੇ ਦੇ ਪੂਰੇ ਆਪਣੇ ਡ੍ਰੀਮਸ ਨੂੰ ਛੱਡ ਦਿੰਦੇ ਆ। ਮੈਂ ਕੈਨੇਡਾ ਜਾਣਾ ਚਾਹੁੰਦਾ ਬਟ ਮੈਂ ਕੈਨੇਡਾ ਨਹੀਂ ਜਾ ਸਕਦਾ, ਫਿਰ ਮੈਂ ਕੀ ਕਰੂੰਗਾ ਜੀ, ਮੈਂ ਕੋਈ ਇਹੋ ਜਿਹਾ ਰਾਹ ਲੱਭੂੰਗਾ, ਮੈਂ ਕੋਈ ਸ਼ਾਰਟਕਟ ਲੱਭੂੰਗਾ, ਮੈਂ 4 ਬੈਂਡ ਤੇ ਲੱਭੂੰਗਾ, ਮੈਂ 5 ਬੈਂਡ ਤੇ ਲੱਭੂੰਗਾ, ਮੈਂ ਵਿਦਆਊਟ IELTS ਲੱਭੂੰਗਾ। ਤਾਂ what I'll do is I'll end up spoiling my future. I'll end up wasting huge amount of money that actually hard-earned money of my parents. So ਜੇ ਆਪਾਂ IELTS ਨੂੰ ਪ੍ਰੋਪਰਲੀ ਕੇਟਰ ਕਰ ਸਕੀਏ ਤਾਂ ਮੈਨੂੰ ਲੱਗਦਾ ਕਿ ਬਹੁਤ ਇਹੋ ਜਿਹੇ ਬੱਚੇ ਨੇ ਜਿਹੜੇ ਆਪਣੇ ਡ੍ਰੀਮਸ ਨੂੰ ਅਚੀਵ ਕਰ ਸਕਦੇ ਆ, ਉਸ ਜਿਸ ਕੰਟਰੀ ਦੇ ਵਿੱਚ ਜਾਣਾ ਚਾਹੁੰਦੇ ਉੱਥੇ ਜਾ ਸਕਦੇ ਆ। ਸੋ ਸਭ ਤੋਂ ਪਹਿਲਾਂ ਤਾਂ ਜਿਹੜਾ ਇੱਕ ਫੋਬੀਆ ਦਿਮਾਗ ਦੇ ਵਿੱਚ ਬਹਿ ਜਾਂਦਾ ਕਿ ਮੈਂ IELTS ਨਹੀਂ ਕਰ ਸਕਦਾ ਕਿ ਮੇਰੇ ਤੋਂ IELTS ਨਹੀਂ ਹੋਣੀ, ਉਹ ਕੱਢਣਾ ਪਊਗਾ। ਪੀਪਲ ਸ਼ੁੱਡ ਨਾਟ ਪੈਨਿਕ। ਦੇਖੋ ਟੈਸਟ ਹੈ, ਸਭ ਨੂੰ ਦੇਣਾ ਪੈਂਦਾ, ਆਪਾਂ ਟੈਸਟ ਦੇ ਕੇ ਹੀ ਹਾਲੇ ਤੱਕ ਪਹੁੰਚੇ ਹਾਂ। ਇਹ ਤਾਂ ਹੈ ਨਹੀਂ ਜਿਵੇਂ ਮਤਲਬ ਮੈਂ ਕਲਾਸ 'ਚ ਜੁਆਇਨ ਕੀਤਾ, ਸਕੂਲ ਜੁਆਇਨ ਕੀਤਾ ਅਤੇ ਮੇਰੀ ਸਿਫਾਰਿਸ਼ ਸੀ ਇਸ ਕਰਕੇ ਮੈਨੂੰ ਬੋਰਡ ਦੇ ਐਗਜ਼ਾਮ 'ਚ ਵੀ ਪਾਸ ਕਰ ਦਿੱਤਾ ਗਿਆ, ਮੈਂ 12ਵੀਂ ਵੀ ਇਹੀ ਕਰ ਗਿਆ। ਹਰ ਬੱਚਾ ਹਰ ਸਟੈਪ 'ਤੇ ਐਗਜ਼ਾਮ ਦਿੰਦਾ, ਬਟ ਸਿਰਫ ਇਹ ਸੋਚ ਕੇ ਕਿ ਮੈਂ ਉਹ ਐਗਜ਼ਾਮ ਔਖਾ ਹੋਊਗਾ ਜਾਂ ਮੈਂ ਉਹ ਐਗਜ਼ਾਮ ਨਹੀਂ ਕਰ ਸਕਦਾ, ਉਹ ਐਗਜ਼ਾਮ ਦੇਣ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਕਿੰਨੇ ਕੁ ਐਗਜ਼ਾਮ ਤੋਂ ਆਪਾਂ ਪਿੱਛੇ ਹਟ ਜਾਵਾਂਗੇ? ਲਾਈਫ ਦੇ ਵਿੱਚ ਐਗਜ਼ਾਮਸ ਤਾਂ ਆਪਾਂ ਆਉਂਦੇ ਰਹਿਣਗੇ। ਸੋ ਜੇ ਤੁਸੀਂ ਕੁਝ ਅਚੀਵ ਕਰਨਾ ਹੈ ਤਾਂ ਯੂ ਨੀਡ ਟੂ ਕਮ ਫਾਰਵਰਡ ਐਂਡ ਟੇਕ ਦੈਟ ਪ੍ਰੋਬਲਮ ਹੈਡ ਔਨ। ਓਕੇ, ਸਭ ਤੋਂ ਇੱਕ ਹੋਰ ਬੜੀ ਪ੍ਰੋਬਲਮ ਹੁੰਦੀ ਹੈ ਬੈਕਗਰਾਊਂਡ ਨੂੰ ਲੈ ਕੇ। ਮੈਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਪੜ੍ਹਿਆ ਜੀ, ਮੈਂ ਇੰਗਲਿਸ਼ ਨਹੀਂ ਬੋਲ ਸਕਦਾ। ਮਤਲਬ ਬਹੁਤ ਬੱਚੇ ਸਾਡੇ ਕੋਲ ਆਉਂਦੇ ਆ ਜਿਹੜੇ ਕਹਿੰਦੇ ਆ ਜੀ ਅਸੀਂ ਯੂਰਪ ਜਾਣਾ ਚਾਹੁੰਦੇ ਹਾਂ। ਮੈਂ ਪੁੱਛਦਾ ਜੀ ਯੂਰਪ ਕਿਉਂ ਜਾਣਾ ਚਾਹੁੰਦੇ ਹੋ? ਕਿਉਂਕਿ ਸਾਨੂੰ ਕਿਹਾ ਗਿਆ ਜੀ ਕਿ ਯੂਰਪ ਤੋਂ ਕੈਨੇਡਾ ਮੂਵ ਕਰਨਾ ਸੌਖਾ ਹੈ। ਫਿਰ ਤੁਸੀਂ ਸਿੱਧਾ ਕੈਨੇਡਾ ਕਿਉਂ ਨਹੀਂ ਜਾ ਰਹੇ ਜੀ? ਕਿਉਂਕਿ ਮੈਂ IELTS ਨਹੀਂ ਕਰ ਸਕਦਾ। ਤੁਸੀਂ IELTS ਕਿਉਂ ਨਹੀਂ ਕਰ ਸਕਦੇ ਜੀ? ਕਿਉਂਕਿ ਜਿਹੜੀ ਮੇਰੀ ਪੜ੍ਹਾਈ ਹੈ ਜੀ ਉਹ ਸਾਰੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਹੋਈ ਹੈ, ਉੱਥੇ ਇੰਗਲਿਸ਼ ਨਹੀਂ ਕਰਾਈ ਜਾਂਦੀ, ਵਿਚ ਇਜ਼ ਐਕਚੁਅਲੀ ਦ ਸਟੈਂਡਰਡ ਪਾਰਟ। ਤੁਹਾਡੀ ਸਾਰੀ ਪੜ੍ਹਾਈ ਜਦ ਇੰਗਲਿਸ਼ ਮੀਡੀਅਮ 'ਚ ਹੋਈ ਹੈ ਅਤੇ ਫਿਰ ਉਸ ਤੋਂ ਬਾਅਦ ਮੈਂ ਕਹਾਂ ਕਿ ਮੈਂ ਇੰਗਲਿਸ਼ ਨਹੀਂ ਬੋਲ ਸਕਦਾ, ਇਟ ਇਜ਼ ਸੈਡ ਐਕਚੁਅਲੀ। ਇਹ ਸ਼ਾਇਦ ਇਸ ਕਰਕੇ ਵੀ ਕੀਤਾ ਜਾਂਦਾ ਕਿਉਂਕਿ ਇਹ ਇੱਕ ਧਾਰਨਾ ਬਣਾ ਦਿੱਤੀ ਜਾਂਦੀ ਹੈ, ਇਹ ਇੱਕ ਇਹੋ ਜਿਹੀ ਇੱਕ ਥਾਟਸ ਇੰਡਿਊਸ ਕਰ ਦਿੱਤੇ ਜਾਂਦੇ ਦਿਮਾਗ ਦੇ ਵਿੱਚ ਕਿ ਤੁਸੀਂ IELTS ਨਹੀਂ ਕਰ ਸਕਦੇ। ਖਾਸ ਕਰਕੇ ਜੇ ਇਹੋ ਜਿਹਾ ਬੱਚਾ ਇੱਕ ਅੱਧੀ ਵਾਰੀ IELTS ਕਰ ਲੈਂਦਾ ਅਤੇ ਉਹ ਅਚੀਵ ਨਹੀਂ ਕਰ ਪਾਉਂਦਾ ਡਿਜ਼ਾਇਰਡ ਸਕੋਰਸ, ਤਾਂ ਉਹ ਹਿੰਮਤ ਛੱਡ ਦਿੰਦਾ। ਫਿਰ ਉਹ ਜੇ ਅਸੀਂ ਗੱਲ ਕਰੀਏ ਜੀ ਫਾਊਂਟੇਨਹੈਡ ਬਾਰੇ,
ਤਾਂ ਫਾਊਂਟੇਨ ਹੈੱਡ ਦੇ ਵਿੱਚ ਜੇ ਤੁਸੀਂ ਆਉਂਦੇ ਹੋ, ਆਪਾਂ ਆਇਲਸ ਦੀ ਤਿਆਰੀ ਸ਼ੁਰੂ ਕਰਦੇ ਹਾਂ, ਤਾਂ ਮੈਂ ਸਭ ਤੋਂ ਪਹਿਲਾਂ ਉਹੀ ਚੀਜ਼ ਗੱਲ ਕਰੂੰਗਾ ਜੀ, ਜਿਹੜੀ ਚੀਜ਼ ਅਸੀਂ ਗਰੰਟੀ ਨਹੀਂ ਦੇ ਸਕਦੇ, ਅਸੀਂ ਬਿਲਕੁਲ ਵੀ ਇਸ ਚੀਜ਼ ਦੀ ਗਰੰਟੀ ਸ਼ਾਇਦ ਨਹੀਂ ਦੇ ਸਕਦੇ ਕਿ ਅਸੀਂ 1 ਮਹੀਨੇ ਦੇ ਅੰਦਰ ਅੰਦਰ ਤੁਹਾਨੂੰ 8 ਬੈਂਡ ਦਵਾ ਦਾਂਗੇ। ਕਿਉਂਕਿ ਜਿਹੜਾ ਪਹਿਲਾ ਕੁਐਸਚਨ ਪੁੱਛਿਆ ਜਾਂਦਾ ਸਾਡੇ ਤੋਂ, ਉਹ ਆ ਕੇ ਪੁੱਛਿਆ ਜਾਂਦਾ ਜੀ ਕਿੰਨੀ ਦੇਰ ਲੱਗੂਗੀ। ਦੇਖੋ ਕਿੰਨੀ ਦੇਰ ਲੱਗੂਗੀ ਜੇ ਆਪਾਂ ਇਹ ਸੋਚ ਕੇ ਆਵਾਂਗੇ ਹਾਂਜੀ ਮੈਂ 1 ਮਹੀਨੇ ਦਾ ਮੇਰੇ ਕੋਲ ਟਾਈਮ ਹੈ। ਬਹੁਤ ਸਟੂਡੈਂਟਸ ਆਉਂਦੇ ਜਿਹੜੇ ਐਕਚੁਅਲੀ ਪਹਿਲਾਂ ਆਇਲਸ ਦਾ ਐਗਜ਼ਾਮ ਬੁੱਕ ਕਰਕੇ ਆਉਂਦੇ ਆ। ਮੈਂ ਆਇਆ, ਅੱਜ ਹੈਗੀ ਹੈ ਜੀ 18 ਅਪ੍ਰੈਲ, ਅਤੇ ਮੈਂ 18 ਮਈ ਪ੍ਰੋਬਬਲੀ 20 ਮਈ ਦੀ ਮੈਂ ਡੇਟ ਲਿੱਤੀ ਹੋਈ ਹੈ ਹਾਈਪੋਥੈਟਿਕਲੀ, ਅਤੇ ਮੇਰੇ ਕੋਲ 1 ਮਹੀਨੇ ਦਾ ਟਾਈਮ ਹੈ, ਸੈਟਰਡੇ ਸੰਡੇਜ਼ ਕੱਢ ਦਿਓ ਅਤੇ ਇੰਨਾ ਟਾਈਮ ਰਹਿ ਗਿਆ, ਅਤੇ ਮੈਂ ਇੰਨੇ ਬੈਂਡ ਚਾਹੁੰਦਾ ਜੀ। ਮੈਂ ਗ੍ਰੈਜੂਏਸ਼ਨ ਕੀਤੀ ਹੋਈ ਹੈ, ਮੈਂ ਕੈਨੇਡਾ ਜਾਣਾ, ਮੈਨੂੰ 6.5 ਬੈਂਡ ਚਾਹੀਦੇ ਆ। ਜਦੋਂ ਦਾ ਟੈਸਟ ਲੈਂਦੇ ਆ ਤਾਂ ਉਹ ਲੈਵਲ ਨਹੀਂ ਹੁੰਦਾ ਕਿ ਉਹ 1 ਮਹੀਨੇ ਦੇ ਵਿੱਚ 6.5 ਬੈਂਡ ਅਚੀਵ ਕਰ ਲੈਣ। ਸੋ ਉਹ ਪ੍ਰੈਸ਼ਰ ਕਰਕੇ ਉਹ ਇਹੋ ਜਿਹੀ ਪ੍ਰੈਸ਼ਰ ਦੁਬਾਰਾ ਲੈਣਗੇ ਜੀ, ਦੁਬਾਰਾ ਐਗਜ਼ਾਮ ਕਰਨਗੇ, ਜਾਣਾ ਹੋਊਗਾ ਤਾਂ ਫਿਰ ਪਹਿਲਾਂ ਬੁੱਕ ਕਰਾਉਣਗੇ ਅਤੇ ਫਿਰ ਕਲਾਸਿਸ ਸਟਾਰਟ ਕਰਨਗੇ। ਦੇਖੋ ਜੇ ਤੁਸੀਂ ਕੋਈ ਵੀ ਚੀਜ਼ ਅਚੀਵ ਕਰਨੀ ਚਾਹੁੰਦੇ ਹੋ ਤਾਂ ਪਹਿਲਾਂ ਆਪਣਾ ਐਗਜ਼ਿਸਟਿੰਗ ਲੈਵਲ ਜੱਜ ਕਰਨਾ ਬਹੁਤ ਜ਼ਰੂਰੀ ਹੈ। ਮੈਂ 5 ਮੀਟਰ ਦੀ ਛਾਲ ਮਾਰਨੀ ਹੈ ਜੀ, ਉਹ ਮੈਨੂੰ ਕਿੰਨੀ ਦੇਰ ਲੱਗੂਗੀ 5 ਮੀਟਰ ਤੱਕ ਪਹੁੰਚਣ ਨੂੰ, ਉਹ ਉਸ ਚੀਜ਼ 'ਤੇ ਡਿਪੈਂਡ ਕਰਦਾ ਕਿ ਇਸ ਟਾਈਮ ਮੈਂ ਕਿੰਨੀ ਜੰਪ ਮਾਰ ਸਕਦਾ। ਜੇ ਮੈਂ 3 ਮੀਟਰ ਦੀ ਜੰਪ ਮਾਰ ਰਿਹਾ ਤਾਂ ਮੈਨੂੰ 5 ਮੀਟਰ ਨੂੰ ਥੋੜ੍ਹਾ ਟਾਈਮ ਜ਼ਿਆਦਾ ਲੱਗੂਗਾ ਐਜ਼ ਕੰਪੇਅਰ ਟੂ ਜੇ ਮੈਂ ਆਲਰੇਡੀ 4 ਮੀਟਰ ਦੀ ਮਾਰ ਰਿਹਾ। ਸੋ ਬਹੁਤ ਬੱਚੇ ਆਉਂਦੇ ਇਹੋ ਜਿਹੇ ਵੀ ਜਿਹੜੇ 15 ਦਿਨ ਕਲਾਸਿਸ ਲਾਉਂਦੇ ਆ ਅਤੇ ਆਰਾਮ ਨਾਲ ਬੈਂਡਸ ਲੈ ਲੈਂਦੇ ਆ। ਬਹੁਤ ਇਹੋ ਜਿਹੇ ਬੱਚੇ ਹੁੰਦੇ ਜਿਨ੍ਹਾਂ ਨੂੰ 2-2 3-3 ਮਹੀਨੇ ਲੱਗ ਜਾਂਦੇ ਆ ਤਾਂ ਬਹੁਤ ਮੁਸ਼ਕਿਲ ਨਾਲ ਆਪਣੇ ਐਗਜ਼ਾਮ ਸਕੋਰ ਡਿਜ਼ਾਇਰਡ ਉਹ ਲੈ ਪਾਉਂਦੇ ਆ। ਸੋ ਇਹ ਚੀਜ਼ ਨੂੰ ਲੈ ਕੇ ਆਪਣੇ ਦਿਮਾਗ ਦੇ ਵਿੱਚ ਨਾ ਆਓ ਕਿ ਮੈਂ 1 ਮਹੀਨੇ ਦੇ ਅੰਦਰ ਅੰਦਰ ਇੰਨੇ ਬੈਂਡਸ ਲੈਣੇ ਆ। ਬਹੁਤ ਐਡਵਰਟੀਜ਼ਮੈਂਟਸ ਅਸੀਂ ਦੇਖਦੇ ਹਾਂ, ਬਹੁਤ ਪ੍ਰੋਮਿਸਿਸ ਅਸੀਂ ਦੇਖਦੇ ਹਾਂ, ਜਿਸ ਵਿੱਚ ਮਤਲਬ ਗਰੰਟੀਜ਼ ਦੇਖਦੇ ਹਾਂ ਜਿਹਦੇ ਵਿੱਚ ਲਿਖਿਆ ਹੁੰਦਾ ਕਿ ਤੁਸੀਂ 1 ਮਹੀਨੇ ਦੇ ਵਿੱਚ 8 ਬੈਂਡ ਲੈ ਹੀ ਲਓਗੇ। ਇਰਰਿਸਪੈਕਟਿਵ ਆਫ ਦ ਫੈਕਟ ਕਿ ਜਿਹੜਾ ਬੱਚਾ ਹੈ, ਅੱਡ-ਅੱਡ ਬੱਚੇ ਅੱਡ-ਅੱਡ ਲੈਵਲਸ 'ਤੇ ਹੋਣਗੇ, ਉਹਨਾਂ ਨੂੰ ਤੁਸੀਂ ਇੱਕ ਲੈਵਲ 'ਤੇ ਲਿਆਉਣ ਲਈ ਇੱਕੋ ਜਿੰਨਾ ਟਾਈਮ ਨਹੀਂ ਲਾ ਸਕਦੇ। ਅਸੀਂ ਇਸ ਚੀਜ਼ ਦੀ ਗਰੰਟੀ ਦੇ ਸਕਦੇ ਹਾਂ ਕਿ ਤੁਹਾਡੇ ਕੋਲ ਜਿਹੜੀ ਸਾਡੀ ਕਲਾਸਿਸ ਦੇ ਬੈਚ ਹੋਣਗੇ ਉਹ ਘੱਟ ਹੁੰਦੇ ਆ। ਅਸੀਂ ਅਰਾਊਂਡ 10 ਸਟੂਡੈਂਟਸ ਤੋਂ ਜ਼ਿਆਦਾ ਬੱਚੇ ਨਹੀਂ ਰੱਖਦੇ। ਉਹਦਾ ਰੀਜ਼ਨ ਕੀ ਹੁੰਦਾ ਜਾਂ ਉਹਦਾ ਇੰਪਲੀਕੇਸ਼ਨ ਕੀ ਹੈ? ਟੀਚਰਸ ਇੰਡੀਵਿਜੂਅਲ ਅਟੈਂਸ਼ਨ ਦੇ ਸਕਦੇ ਆ। ਇੰਡੀਵਿਜੂਅਲ ਅਟੈਂਸ਼ਨ ਖਾਸ ਕਰਕੇ ਜਿਹੜੇ ਬੱਚੇ ਬਿਗਨਰ ਲੈਵਲ 'ਤੇ ਨੇ ਜਾਂ ਜਿਨ੍ਹਾਂ ਦੀ ਹਲੇ ਸਕਿੱਲਸ ਵੀਕ ਨੇ, ਉਹਨਾਂ ਲਈ ਇੰਡੀਵਿਜੂਅਲ ਅਟੈਂਸ਼ਨ ਬਹੁਤ ਜ਼ਰੂਰੀ ਹੈ। ਅਸੀਂ ਕਈ ਵਾਰ ਇਹ ਵੀ ਦੇਖਦੇ ਹਾਂ ਕਿ ਬੱਚੇ ਪ੍ਰੈਫਰ ਕਰਦੇ ਜਿਵੇਂ 30 ਬੱਚੇ ਐਗਜ਼ਾਮ ਦੇ ਰਹੇ ਆ, ਅਸੀਂ ਉੱਥੇ ਜਾ ਕੇ ਦੇਣਾ ਚਾਹਾਂਗੇ। ਹੁਣ ਜਦੋਂ ਤੁਸੀਂ ਫਾਈਨਲ ਐਗਜ਼ਾਮ ਆਇਲਸ ਦੇਣਾ, ਭੀੜ ਤੁਹਾਡੇ ਆਲੇ ਦੁਆਲੇ ਬੈਠੀ ਹੋਊਗੀ, ਬਟ ਕੀ ਉਹਨਾਂ ਨਾਲ ਇੰਟਰੈਕਟ ਕਰ ਸਕਦੇ ਹੋ? ਕੀ ਉਹਨਾਂ ਦੇ ਹੋਣ ਨਾਲ ਤੁਹਾਨੂੰ ਕੋਈ ਬੈਨੀਫਿਟ ਹੈ? ਆਈ ਡੋਂਟ ਥਿੰਕ ਸੋ। ਸਪੀਕਿੰਗ ਅੱਡ ਹੋਣੀ ਹੈ ਜੀ। ਸੋ ਸਿਰਫ ਇਸ ਕਰਕੇ ਕਿਉਂਕਿ ਉੱਥੇ ਬੱਚੇ ਜ਼ਿਆਦਾ ਹੈ ਡਜ਼ਨਟ ਮੀਨ ਕਿ ਤੁਸੀਂ ਉੱਥੇ ਜਾਓਗੇ ਤੁਹਾਡਾ ਫਾਇਦਾ ਹੋਊਗਾ। ਇਨਫੈਕਟ ਜੇ ਤੁਹਾਡਾ ਲੈਵਲ ਜੇ ਓਨਾ ਵਧੀਆ ਨਹੀਂ ਹੈ ਤਾਂ ਮੈਂ ਫਿਰ ਉਹੀ ਕਹਿ ਰਿਹਾ, ਜਿੱਥੇ ਬੱਚੇ ਘੱਟ ਹੋਣ ਉਹ ਕਲਾਸਿਸ ਲਓ ਤਾਂ ਜੋ ਇੰਡੀਵਿਜੂਅਲ ਅਟੈਂਸ਼ਨ ਮਿਲ ਸਕੇ। ਅਸੀਂ ਐਕਸਪੀਰੀਅੰਸ ਫੈਕਲਟੀ ਦੇ ਸਕਦੇ ਹਾਂ ਗਰੰਟੀ, ਅਤੇ ਸਭ ਤੋਂ ਇੰਪੋਰਟੈਂਟਲੀ ਅਸੀਂ ਆਪਣੀ ਮੋਸਟ ਓਨੈਸਟ ਅਤੇ ਬੈਸਟ ਐਫਰਟਸ ਦੀ ਗਰੰਟੀ ਦੇ ਸਕਦੇ ਹਾਂ, ਜਿਹੜੀ ਅਸੀਂ ਲਾਵਾਂਗੇ ਤਾਂ ਜੋ ਤੁਹਾਡੇ ਡਿਜ਼ਾਇਰਡ ਸਕੋਰਸ ਤੁਹਾਨੂੰ ਮਿਲ ਜਾਣ। ਇਸ ਤੋਂ ਇਲਾਵਾ ਆਇਲਸ ਨੂੰ ਲੈ ਕੇ ਤੁਹਾਡੇ ਦਿਮਾਗ ਦੇ ਵਿੱਚ ਕੋਈ ਵੀ ਕੁਐਸਚਨ ਆਉਂਦਾ, ਕੋਈ ਵੀ ਡਾਊਟ ਹੈ, ਤੁਹਾਨੂੰ ਇਹ ਲੱਗਦਾ ਕਿ ਤੁਸੀਂ ਨਹੀਂ ਕਰ ਸਕਦੇ, ਉਹਦੇ ਲਈ ਅਸੀਂ ਬਿਗਨਿੰਗ ਦੇ ਵਿੱਚ ਫ੍ਰੀ ਡੈਮੋ ਕਲਾਸਿਸ ਵੀ ਦਿੰਦੇ ਹਾਂ। ਤੁਸੀਂ ਆਓ, ਤੁਸੀਂ ਕਲਾਸਿਸ ਲਾ ਕੇ ਦੇਖੋ। ਜੇ ਤੁਹਾਨੂੰ ਲੱਗਦਾ ਹੈ ਕਿ ਹਾਂਜੀ ਤੁਸੀਂ ਇਸ ਮਾਹੌਲ ਦੇ ਵਿੱਚ ਪੜ੍ਹ ਸਕਦੇ ਹੋ ਜਾਂ ਜੋ ਅਸੀਂ ਪੜ੍ਹਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਵੀ ਆਰ ਏਬਲ ਟੂ ਪੁੱਟ ਅਕ੍ਰੋਸ ਦ ਥਿੰਗ ਦੈਟ ਵੀ ਵਾਂਟ ਟੂ, ਤਾਂ ਤੁਸੀਂ ਕਲਾਸਿਸ ਕੰਟੀਨਿਊ ਕਰ ਸਕਦੇ ਹੋ। ਫੀਸ ਵੀ ਸਾਡੀ ਇਨਫੈਕਟ ਅਸੀਂ ਬਹੁਤ ਜੈਨੂਇਨ ਜੀ ਫੀਸ ਲੈਂਦੇ ਹਾਂ। ਅਸੀਂ ਇਹ ਨਹੀਂ ਕਹਿੰਦੇ ਵੀ ਹਾਂਜੀ ਆਓ ਅਤੇ ਅਸੀਂ 8 ਘੰਟੇ ਦੀ ਕਲਾਸ ਲਾਵਾਂਗੇ ਅਤੇ ਇੰਨੇ ਪੈਸੇ ਲਓ। ਸਾਡੇ ਅਕੋਰਡਿੰਗਲੀ ਸ਼ਾਇਦ 8 ਘੰਟੇ ਦੀ ਕਲਾਸ ਲਾਣਾ ਵੀ ਪ੍ਰੋਬਬਲੀ ਇਜ਼ ਨੋਟ ਦੈਟ ਗੁੱਡ ਥਿੰਗ ਟੂ ਡੂ। 8 ਘੰਟੇ ਦੀ ਗੱਲ ਕਰੀਏ ਤਾਂ ਜੀ 8 ਘੰਟੇ ਇੱਕੋ ਲੈਂਗੁਏਜ ਪੜ੍ਹਨਾ ਇਜ਼ ਨੋਟ ਦੈਟ ਈਜ਼ੀ। ਤੁਸੀਂ ਬੇਸਿਕਲੀ ਇੱਕ ਮਤਲਬ ਜੇ ਆਪਾਂ ਆਇਲਸ ਦੀ ਗੱਲ ਕਰ ਰਹੇ ਹੋ, ਤੁਸੀਂ ਇੱਕ ਇੰਗਲਿਸ਼ ਲੈਂਗੁਏਜ ਹੈ ਜਿਹਨੂੰ ਤੁਸੀਂ ਪੜ੍ਹ ਰਹੇ ਹੋ, 8 ਘੰਟੇ ਕੰਟੀਨਿਊਸਲੀ ਪੜ੍ਹਨਾ ਫॉर ਅ ਮੰਥ ਔਰ 2 ਇਜ਼ ਨੋਟ ਦੈਟ ਈਜ਼ੀ। ਸੋ ਬੱਚੇ ਕੀ ਕਰਦੇ ਹੈ, ਪਹਿਲਾਂ ਸ਼ਾਇਦ ਪ੍ਰੋਬਬਲੀ ਹਾਫ ਉਸੀ ਤਰੀਕੇ ਨਾਲ ਉਹਨੇ ਜ਼ੋਰ ਲਾ ਕੇ ਕਰਨਗੇ, ਅਤੇ ਡਿਪੈਂਡਿੰਗ ਔਨ ਦ ਮੋਟੀਵੇਸ਼ਨ ਆਫ ਦ ਪਰਸਨ ਨੈਕਸਟ ਲੈਵਲ ਜਿਹੜਾ ਹੈ ਜਾਂ ਨੈਕਸਟ ਹਾਫ ਹੈ ਉਹਦੇ 'ਚ ਪਰਫੋਰਮੈਂਸ ਕਾਫੀ ਗਿਰ ਜਾਂਦੀ ਹੈ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਬੱਚਿਆਂ ਨੂੰ 3-4 ਘੰਟੇ ਦੀ ਕਲਾਸ ਲੱਗੇ ਅਤੇ ਉਹ 3-4 ਘੰਟੇ ਬੱਚਾ ਆਪਣੀ ਮੈਕਸਿਮਮ ਐਫਰਟ ਪੁੱਟ ਕਰ ਸਕੇ ਉਹਦੇ ਵਿੱਚ, ਅਤੇ ਅਸੀਂ ਆਪਣੀ ਮੈਕਸਿਮਮ ਐਫਰਟ ਪੁੱਟ ਕਰ ਸਕੀਏ ਤਾਂ ਜੋ ਡਿਜ਼ਾਇਰਡ ਰਿਜ਼ਲਟਸ ਆਉਣ ਅਤੇ ਬੱਚੇ ਹੈਪੀਲੀ ਆਪਣਾ
ਜਿਹੜਾ ਗੋਲ ਹੈ ਉਹ ਅਚੀਵ ਕਰ ਸਕਣ, ਜਿਸ ਕੰਟਰੀ ਦੇ ਵਿੱਚ ਜਾਣਾ ਚਾਹੁੰਦੇ ਉੱਥੇ ਜਾ ਸਕਣ, ਰਾਦਰ ਦੈਨ ਕਿ ਬੈਕਡੋਰ ਐਂਟਰੀਜ਼ ਲੱਭਣ ਤੋਂ। ਤਾਂ ਫਿਰ ਮੈਂ ਤੁਹਾਨੂੰ ਕਹਿ ਰਿਹਾ ਜੀ, ਸਾਡਾ ਫੋਨ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਊਗਾ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਸਾਡਾ ਐਡਰੈਸ ਦਿੱਤਾ ਹੋਊਗਾ, ਫਰੀਵੇ ਅਬਰੋਡ ਤੇ ਫਾਊਂਟੇਨ ਹੈਡ ਇੱਕੋ ਬਿਲਡਿੰਗ ਦੇ ਵਿੱਚ ਹੈ, ਇੱਕੋ ਸਾਡਾ ਆਫਿਸ ਹੈ ਤੇ ਸਾਡੇ ਇਨਫੈਕਟ ਬੋਰਡ ਵੀ ਇੱਕੋ ਲੱਗਿਆ ਹੋਊਗਾ। ਤੇ ਤੁਸੀਂ ਕੁਝ ਵੀ ਤੁਹਾਡੇ ਦਿਮਾਗ ਦੇ ਵਿੱਚ ਕੁਐਸਚਨ ਹੈ, ਕੁਐਰੀ ਹੈ, ਤੁਸੀਂ WhatsApp ਕਰ ਸਕਦੇ ਹੋ, ਕਾਲ ਕਰ ਸਕਦੇ ਹੋ, ਈਮੇਲ ਕਰ ਸਕਦੇ ਹੋ, ਸਾਡੇ ਆਫਿਸ 'ਤੇ ਆ ਸਕਦੇ ਹੋ ਤੇ ਅਸੀਂ ਵਿਲ ਬੀ ਵੈਰੀ ਹੈਪੀ ਟੂ ਐਡਰੈਸ ਦੋਜ਼ ਕੁਐਰੀਜ਼। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।